ਰਹਿੰਦਾ ਹੈ ਤੇ ਬਗਲਿਆਂ ਦਾ ਵਾਸਾ ਰਹਿੰਦਾ ਹੈ ਟੋਭਿਆਂ ਨਾਲੀਆਂ ਦੇ ਵਿੱਚ। ਹੰਸਾਂ ਹੀਰਾ ਮੋਤੀ ਚੁਗਣਾ, ਹੰਸਾਂ ਦਾ ਇਹ ਕਾਰਜ ਹੈ, ਹੀਰੇ ਮੋਤੀ ਜਵਾਹਰਾਤ ਚੁਗਣੇ। ਬੱਗਾ ਡੱਡ ਭਾਲਣ ਜਾਏ, ਬਗਲੇ ਸਦਾ ਦੇ ਲਈ ਡੱਡੀਆਂ ਨੂੰ ਭਾਲਣ ਦੇ ਲਈ ਜਾਂਦੇ ਨੇ, ਗੰਦਗੀ ਖਾਣ ਦੇ ਲਈ ਤਿਆਰ ਰਹਿੰਦੇ। ਕੇਰਾਂ ਮਨ ਦੇ ਵਿੱਚ ਆਇਆ ਬਗਲਿਆਂ ਦੇ ਚਾਓ ਵੀ ਕਿਉਂ ਨਾ ਅਸੀਂ ਹੰਸਾਂ ਦੀ ਰੀਸ ਕਰੀਏ। ਹੋਇਆ ਕਿ ਰੀਸ ਕਰਨੀ ਮਾੜੀ ਨਹੀਂ, ਪਰ ਅੰਦਰ ਉਹ ਗੱਲ ਹੋਣੀ ਵੀ ਚਾਹੀਦੀ ਹੈ। ਬੰਦੇ ਦੇ ਪੈਰ ਉਨਾ ਕੁ ਭਾਰ ਚੱਲਣ ਯੋਗ ਵੀ ਹੋਣੇ ਚਾਹੀਦੇ ਨੇ ਜਿੰਨਾ ਕੁ ਭਾਰ ਚੁੱਕਣ ਦੀ ਖਸ਼ਮਤਾ ਰੱਖ ਰਿਹਾ ਆ। ਆਪਣਾ ਭਾਰ ਹੋਵੇ ਸਾਰਾ 40 ਕਿਲੋ ਤੇ ਜੱਫਾ ਪਾ ਲਵੇ 80 ਕਿਲੋ ਨੂੰ 90 ਕਿਲੋ ਨੂੰ, ਉਹ ਕਿੱਥੇ ਗੱਲ ਫਿੱਟ ਬਹਿਣ ਵਾਲੀ ਹੈ। ਉੱਤੇ ਉਸ ਭਾਰ ਦੇ ਥੱਲੇ ਆਪੇ ਹੀ ਆ ਜਾਣਾ ਨਾ ਉਹਨੇ, ਸਿੱਧੀ ਸਿੱਧੀ ਗੱਲ ਹੈ। ਹੁਣ ਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਬਗਲਿਆਂ ਨਾਲ ਇਦਾਂ ਹੀ ਮੀਟਿੰਗ ਕਰ ਲਈ ਵੀ ਅਸੀਂ ਕਿਉਂ ਨਾ ਹੰਸਾਂ ਦੀ ਰੀਸ ਕਰੀਏ। ਤੇ ਹੁਣ ਆਇਆ ਚੌ ਪਰ ਹੋਇਆ ਕੀ, ਕਹਿੰਦੇ ਸਿਰ ਥੱਲੇ ਤੇ ਪੈਰ ਉੱਪਰ ਹੋ ਗਏ। ਹੁਣੇ ਨੇ ਹੁਣ ਜਿਹੜਾ ਇਨਸਾਨੀ ਜੀਵ ਦੂਜੇ ਨੂੰ ਦੇਖਦਿਆਂ ਹੋਇਆ ਸੜ ਰਿਹਾ ਆ, ਉਹ ਉਹਨਾਂ ਦੀ ਰੀਸ ਦੇ ਵਿੱਚ ਆਣ ਕੇ ਕਹਿੰਦਾ ਵੀ ਮੈਂ ਵੀ ਗੁਆਂਢੀਆਂ ਦੇ ਬਰਾਬਰ ਬਣਨਾ ਹੈ। ਉਹਨਾਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਮਸ਼ੱਕਤ ਕੀਤੀ ਹੈ ਤੇ ਉਹ ਕਹਿੰਦੇ ਅਸੀਂ ਮਿਹਨਤ ਮਸ਼ੱਕਤ ਨਹੀਂ ਕਰਨੀ, ਪਰ ਜਿੰਨਾ ਕੁ ਸਾਡੇ ਕੋਲ ਹੈਗਾ ਅਸੀਂ ਉਹ ਵੀ ਉਜਾੜ ਦੇਣਾ। ਜਦੋਂ ਉਹ ਉਜੜ ਗਿਆ ਫਿਰ ਪੱਲੇ ਕੀ ਰਹਿ ਗਿਆ, ਹਾਏ ਹਾਏ ਰਹਿ ਗਈ, ਉਹ ਲੁੱਟੇ ਗਏ। ਫਿਰ ਪੱਲੇ ਹੁਣ ਕੁਝ ਵੀ ਨਹੀਂ ਰਿਹਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਕਹਿਣਾ ਕਰਦੇ ਨੇ, ਹੰਸਾਂ ਵੇਖ ਤਰੰਦਿਆਂ, ਹੰਸਾਂ ਦੇਖ ਤਰੰਦਿਆਂ, ਬੱਗਾਂ ਪੇ ਆਇਆ ਚਾਓ, ਡੁੱਬ ਮੂਏ ਬੱਗ ਬਪੋੜੇ, ਸਿਰ ਤਲ ਉੱਪਰ ਪਾਓ। ਕਹਿੰਦੇ ਸਦਾ ਦੇ ਲਈ ਇਨਸਾਨੀ ਜਨ ਇਦਾਂ ਦਾ ਹੀ ਹਾਲ ਹੋਵੇਗਾ, ਜਿਹੜੇ ਆਪਣੇ ਅੰਦਰ ਕੁਆਲਿਟੀ ਪੈਦਾ ਕਰਨ ਦੀ ਬਜਾਏ, ਆਪਣੇ ਅੰਦਰ ਕਾਬਲੀਅਤ ਪੈਦਾ ਕਰਨ ਦੀ ਬਜਾਏ ਕੇਵਲ ਤੇ ਕੇਵਲ ਨਲਾਇਕੀਆਂ ਨੂੰ ਪੈਦਾ ਕਰਦੇ ਨੇ ਨਾ, ਉਹ ਕਦੇ ਵੀ ਇਨਸਾਨੀ ਜੀਵ ਤਰੱਕੀ ਨਹੀਂ ਕਰਦੇ। ਸਰੀਰ ਕਰਕੇ ਮਿਹਨਤ ਕਰਕੇ ਲਾ ਲਓ, ਮਨ ਕਰਕੇ ਸੋਚਣੀ ਕਰਕੇ ਲਾ ਲਓ। ਸਰੀਰ ਕਰਕੇ ਵੀ ਨਹੀਂ ਵੱਧ ਸਕਣਗੇ ਤੇ ਮਾਨਸਿਕ ਕਰਕੇ ਚੰਗਾ ਕਦੇ ਵੀ ਸੋਚ ਨਹੀਂ ਸਕਣਗੇ। ਇਨਸਾਨੀ ਜੀਵ ਦੀ ਸੋਚ ਕਦੇ ਵੀ ਡਿਵੈਲਪ ਨਹੀਂ ਹੋ ਸਕਦੀ। ਗੁਰੂ ਮਹਾਰਾਜ ਪਾਤਸ਼ਾਹ ਜੀ ਇਹੋ ਹੀ ਕੰਮ ਕਰਦੇ, ਖਿਆਲ ਦਿੰਦੇ ਸਾਡੇ ਸਨਮੁਖ। ਕਹਿੰਦੇ ਜਿਨ੍ਹਾਂ ਦੇ ਕਾਰਜ ਪ੍ਰਭੂ ਆਪ ਸਵਾਰਦਾ ਹੈ ਨਾ ਗੁਰਮੁਖੋ, ਉਹ ਗੁਰਮੁਖ ਉਹ ਸਤ ਸੰਗੀ ਜਨ ਸਦਾ ਦੇ ਲਈ ਪ੍ਰਭੂ ਦੀ ਸ਼ਰਨ ਦੇ ਵਿੱਚ ਰਹਿੰਦੇ ਨੇ। ਗੁਰੂ ਦੀ ਕਾਰ ਦੇ ਸਦਕਾ ਆਪਣੀ ਜੀਵਨ ਦੀ ਕਾਰ ਕਮਾਉਂਦੇ ਨੇ। ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ। ਕਹਿੰਦੇ ਜੋ ਗੁਰੂ ਕਹਿੰਦਾ ਹੈ ਉਸ ਨੂੰ ਭਲਾ ਕਰਕੇ ਮਨਾਉਣਾ ਸਭ ਤੋਂ ਵੱਡਾ ਸੁੱਖ ਹੈ। ਹਰ ਹਰ ਕਥਾ ਨਿਰਾਲੀ। ਕਹਿੰਦੇ ਸੰਸਾਰ ਦੇ ਵਿੱਚ ਜ਼ਿੰਦਗੀ ਜਿਉਂਦਿਆਂ ਜੀ ਉਹਨਾਂ ਦਾ ਜਿਉਣ ਦਾ ਤਰੀਕਾ ਹੀ ਵੱਖਰਾ ਹੈ। ਖੁਸ਼ੀ ਦੇ ਨਾਲ, ਚਾਉ ਦੇ ਨਾਲ, ਆਨੰਦ ਦੇ ਨਾਲ ਜੀਵਨ ਬਤੀਤ ਕਰਦੇ ਨੇ। ਤੁਸੀਂ ਦੇਖਿਆ ਹੋਣਾ ਬਹੁਤਾਂਤ ਵੇਰੀ ਇਨਸਾਨੀ ਜੀਵਾਂ ਨੂੰ ਜੇਕਰ ਪੁੱਛਿਆ ਜਾਵੇ ਕੀ ਹਾਲ ਨੇ, ਠੀਕ ਆ ਜੀ ਚੱਲੀ ਜਾਂਦਾ ਹੈ, ਕੀ ਹੋਇਆ, ਬਸ ਕੁਛ ਨਹੀਂ, ਬਸ ਠੀਕ ਹੈ ਚੱਲੀ ਜਾਂਦਾ ਹੈ। ਲਾਈਫ ਜ਼ਿੰਦਗੀ ਨੂੰ ਜੇਕਰ ਥੋੜਾ ਕੁ ਸੌਖਾ ਕਰਕੇ ਬੋਲਾਂਗੇ ਵੀ ਠੀਕ ਹੈ ਚੜ੍ਹਦੀ ਕਲਾ ਹੈ, ਮਨ ਨੂੰ ਥੋੜਾ ਕਰੋ ਖੁਸ਼ ਕਰਕੇ ਰੱਖਾਂਗੇ, ਮਨ ਦੇ ਉੱਤੇ ਚੰਗੇ ਖਿਆਲ ਲੈ ਕੇ ਆਵਾਂਗੇ, ਚਿਹਰੇ ਦਾ ਨੂਰ ਹੀ ਵੱਖਰਾ ਹੋਣਾ ਹੈ। ਹਾਸੇ ਖੇੜੇ ਸਦਾ ਦੇ ਲਈ ਉੱਗਣਗੇ। 24 ਘੰਟੇ ਸੜਿਆ ਹੋਇਆ ਮੂੰਹ ਹੀ ਬਣਾ ਕੇ ਰੱਖਣਾ, ਮਨ ਦੇ ਵਿੱਚ ਮੰਦੇ ਖਿਆਲ ਰੱਖਣੇ, ਦੱਸੋ ਉਹ ਸੰਸਾਰ ਦੇ ਵਿੱਚ ਭਲਾ ਹੋ ਸਕਦਾ ਉਹਨਾਂ ਦਾ? ਕਹਿੰਦੇ ਉਹਨਾਂ ਕੀ ਰੀਸ ਕਰੇ ਸੋ ਬਿਗੁਚੈ, ਜਿਨ ਹਰ ਪ੍ਰਭ ਹੈ ਰਖਵਾਰਾ। ਪ੍ਰਭੂ ਰਖਵਾਰਾ ਭਗਤ ਜਿਨ੍ਹਾਂ ਦਾ ਹੈਗਾ ਆ,
ਕਹਿੰਦੇ ਉਹਨਾਂ ਦੀ ਰੀਸ ਦੇ ਵਿੱਚ ਕੋਈ ਲੱਗੇਗਾ, ਕਹਿੰਦੇ ਉਹ ਡੁੱਬਣਗੇ, ਆਪਣੇ ਆਪ ਨੂੰ ਸਦਾ ਦੇ ਲਈ ਖੁਆਰ ਕਰਨਗੇ, ਆਪਣੇ ਆਪ ਨੂੰ ਸਦਾ ਦੇ ਲਈ ਬਰਬਾਦ ਕਰਨਗੇ। ਪਰ ਹਾਂ, ਜੇ ਪੁੱਛਿਆ ਜਾਵੇ, ਤਰੱਕੀ ਦਾ ਰਾਹ ਪੁੱਛਿਆ ਜਾਵੇ, ਤੇ ਫੇਰ ਹੋ ਸਕਦਾ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ, ਮੰਜ਼ਿਲ ਸਰ ਕੀਤੀ ਜਾ ਸਕਦੀ ਹੈ। ਦੋ ਵਿਦਿਆਰਥੀ ਪੜ੍ਹਦੇ ਨੇ ਸਕੂਲ ਦੇ ਵਿੱਚ, ਕਲਾਸ ਦੇ ਵਿੱਚ ਦੋਨੋਂ ਮਿੱਤਰ ਨੇ, ਇੱਕ ਪਾਸ ਹੋ ਗਿਆ ਤੇ ਇੱਕ ਫੇਲ ਹੋ ਗਿਆ। ਪਾਸ ਹੋਣ ਵਾਲੇ ਨੇ ਪੂਰੀ ਤਰੱਕੀ ਕੀਤੀ ਹੈ, ਮਿਹਨਤ ਕੀਤੀ ਹੈ, ਤੇ ਦੂਜਾ ਕਹਿੰਦਾ ਮੈਂ ਮਿਹਨਤ ਵੀ ਕੀਤੀ ਸੀ ਪਰ ਪਾਸ ਨਹੀਂ ਹੋਇਆ। ਕੀ ਮਿਹਨਤ ਕੀਤੀ? ਕਹਿੰਦੇ ਸਕੂਲੇ ਵੀ ਗਿਆ, ਕਿਰਾਇਆ ਵੀ ਖਰਚਿਆ, ਸਮਾਂ ਵੀ ਖਰਚਿਆ, ਪਰ ਜਿਹੜੀ ਚੀਜ਼ ਦੇਣੀ ਚਾਹੀਦੀ ਸੀ ਉਹ ਦਿੱਤੀ ਨਹੀਂ, ਤੇ ਜਿਹੜੀ ਲੈਣੀ ਚਾਹੀਦੀ ਸੀ ਉਹ ਲਿੱਤੀ ਨਹੀਂ। ਉਹ ਸੀਗਾ ਸਮਾਂ ਟੀਚਰਾਂ ਨੂੰ ਦੇਣਾ ਤੇ ਟੀਚਰਾਂ ਤੋਂ ਗਿਆਨ ਲੈਣਾ। ਉਹ ਗਿਆਨ ਲਿਆ ਨਹੀਂ, ਸਮਾਂ ਦਿੱਤਾ ਨਹੀਂ ਆਪਣੇ ਜੀਵਨ ਦਾ, ਬਸ ਉੱਥੇ ਹੀ ਸਭ ਕੁਝ ਖਤਮ, ਬਸ ਫੇਲ ਹੋਣ ਦਾ ਕਾਰਨ ਬਣ ਗਿਆ। ਹੁਣ ਜੇਕਰ ਮਿੱਤਰ ਸੀਗੇ ਦੋਨੋਂ, ਪੁੱਛਦਾ ਫਿਰ ਹੁਣ ਤੂੰ ਕਿਵੇਂ ਪਾਸ ਹੋ ਗਿਆ? ਕਹਿੰਦੇ ਜਦੋਂ ਪੜ੍ਹਨ ਦਾ ਟਾਈਮ ਸੀ ਮੈਂ ਪੜ੍ਹਦਾ ਸੀਗਾ, ਤੂੰ ਗੱਲਾਂ ਦੇ ਵਿੱਚ ਲੱਗਿਆ ਰਹਿੰਦਾ ਸੀ। ਜਦੋਂ ਪ੍ਰਭੂ ਬਖਸ਼ਿਸ਼ ਕਰਦਾ ਗੁਰਮੁਖੋ, ਅਸੀਂ ਜੇਕਰ ਉਸ ਵੇਲੇ ਟਾਲ ਮਟੋਲੇ ਰੱਖਦੇ ਆ ਨਾ, ਤੇ ਆਗੇ ਜਮਦਲ ਬਿਖਮ ਘਣਾ ਉਹ ਸਾਹਮਣੇ ਆ ਕੇ ਖਲੋਤਾ ਹੈ, ਉਹ ਸਾਹਮਣੇ ਭਰਿਆ ਪਿਆ ਆ। ਔਰ ਅਸੀਂ ਟੋਆ ਆਪ ਪੁੱਟ ਰਹੇ ਹਾਂ, ਆਪਣੇ ਪੈਰਾਂ ਤੇ ਕੁਹਾੜਾ ਆਪ ਮਾਰ ਰਹੇ ਹਾਂ। ਬਸ ਇੱਕ ਸਮਾਂ ਆਉਣਾ ਹੈ ਜਦੋਂ, ਜਿਵੇਂ ਬਾਣੀ ਦੇ ਵਿੱਚ, ਪਾਵਨ ਬਾਣੀ ਦੇ ਵਿੱਚ ਬੋਲਨੇ ਵੀ, ਜਿਵੇਂ ਘੜੇ ਦੇ ਉੱਤੇ ਜੇਕਰ ਪੱਥਰ ਡਿੱਗ ਜੇ ਨਾ, ਤੋ ਭੱਜ ਕੇ ਠੀਕਰਾਈ ਹੋ ਜਾਂਦਾ। ਕਹਿੰਦੇ ਬਸ ਇੰਨਾ ਕਿ ਇੱਕ ਛਿੱਟ ਪੈਣ ਦੀ ਲੋੜ ਹੈ, ਇਸ ਨੇ ਸਾਰੇ ਦਾ ਸਾਰਾ ਹੀ ਸਾਹਮਣੇ ਆ ਜਾਣਾ ਹੈ। ਪਰ ਹਾਂ, ਗੁਰੂ ਦੀ ਸੇਵਾ ਤੋਂ ਬਿਨਾਂ, ਗੁਰੂ ਦੇ ਖਿਆਲਾਂ ਤੋਂ ਬਿਨਾਂ ਇਨਸਾਨੀ ਜੀਵ ਕਦੇ ਵੀ ਉੱਚੀ ਸੁੱਚੀ ਸੋਚ ਦਾ ਮਾਲਕ ਨਹੀਂ ਬਣ ਸਕਦਾ। ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ, ਮਨ ਮੁਖ ਭੌਂਕ ਮੂਏ ਬਿਲ ਲਾਈ। ਕਹਿੰਦੇ ਗੁਰੂ ਦੀ ਸੇਵਾ ਤੋਂ ਬਿਨਾਂ ਅੱਜ ਤੱਕ ਸੁੱਖ ਕਿਸੇ ਨੇ ਵੀ ਨਹੀਂ ਪਾਇਆ। ਮਨਮੁਖ, ਮਨ ਦੇ ਪਿੱਛੇ ਤੁਰਨ ਵਾਲੇ, ਮਨਮੁਖ ਨੂੰ ਗੁਰੂ ਮਹਾਰਾਜ ਪਾਤਸ਼ਾਹ ਜੀ ਮੂਰਖ ਵੀ ਕਹਿੰਦੇ। ਕਹਿੰਦੇ ਭੌਂਕ ਮੂਏ ਬਿਲ ਲਾਈ, ਕਹਿੰਦੇ ਪਤਾ ਨਹੀਂ ਕਿੰਨੇ ਕੁ ਬਿਲ ਕੇ, ਪਤਾ ਨਹੀਂ ਕਿੰਨੀਆਂ ਕੰਧਾਂ ਦੇ ਵਿੱਚ ਟੱਕਰਾਂ ਮਾਰੀਆਂ, ਪਤਾ ਨਹੀਂ ਕਿੱਥੇ ਕਿੱਥੇ ਸਿਰ ਮਾਰੇ, ਹੱਥ ਪੈਰ ਮਾਰੇ, ਪਰ ਕਹਿੰਦੇ ਭੌਂਕ ਮੂਏ ਬਿਲ ਲਾਏ। ਕਹਿੰਦੇ ਬੋਲਿਆ ਹੋਇਆ ਕਿਸੇ ਥਾਈਂ ਪਿਆਈ, ਆਵੇ ਜਾਵੇ ਠੌਰ ਨਾ ਪਾਵੇ, ਦੁੱਖ ਮੈਂ ਦੁੱਖ ਸਮਾਈ। ਕਹਿੰਦੇ ਪਤਾ ਨਹੀਂ ਕਿੰਨਾ ਕਾਰਜ ਕੀਤਾ, ਕਿੰਨੀਆਂ ਕੰਮ ਕੀਤੇ, ਪਰ ਠੌਰ ਨਾ ਪਾਵੇ। ਹੁਣ ਅਸੀਂ ਆਮ ਕਰਕੇ ਇਹ ਗੱਲ ਸੁਣਦੇ ਆ, ਪੜ੍ਹਦੇ ਆ ਤੇ ਬੋਲਦੇ ਵੀ ਆ ਜੀ। ਅਸੀਂ ਤਾਂ ਜੀ ਬਾਣੀ ਪੜ੍ਹਦੇ ਆ, ਅਸੀਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰਹਿੰਦੇ ਆ, ਸਾਡੇ ਮਨ ਦੇ ਵਿੱਚ ਸਹਿਜ ਨਹੀਂ ਆ ਰਿਹਾ, ਸਾਡੇ ਮਨ ਦੇ ਵਿੱਚ ਟਿਕਾ ਨਹੀਂ ਆ ਰਿਹਾ। ਗੁਰਦੁਆਰੇ ਕਿੰਨਾ ਟਾਈਮ ਗਏ? 1 ਘੰਟਾ, 2 ਘੰਟੇ, 3 ਘੰਟੇ, ਘੱਟੋ ਘੱਟ 4 ਘੰਟੇ, ਅੱਧਾ ਘੰਟਾ ਦੇ ਦਿੱਤਾ ਸੀ, ਬਾਣੀ ਪੜ੍ਹੀ, ਬਾਣੀ ਸੁਣੀ, ਹੋਰ ਕੰਮ ਕੀਤੇ। ਗੁਰਬਾਣੀ ਇੱਕ ਸੁਨੇਹਾ ਹੈ, ਗੁਰਬਾਣੀ ਇੱਕ ਜੀਵਨ ਜਿਉਣ ਦੀ ਜਾਂਚ ਹੈ। ਜਿਵੇਂ ਸਕੂਲ ਦੇ ਵਿੱਚ ਜਾਈਏ ਤੇ ਉੱਥੇ ਸਕੂਲ ਤੋਂ ਬਾਹਰ ਲਿਖਿਆ ਹੁੰਦਾ ਹੈ, ਇੱਥੋਂ ਸਿੱਖਿਆ ਲਓ ਤੇ ਸੇਵਾ ਦੇ ਲਈ ਜਾਓ। ਇੱਥੋਂ ਸਿੱਖਿਆ ਲਓ ਤੇ ਸੇਵਾ ਦੇ ਲਈ ਸਮਾਜ ਦੇ ਵਿੱਚ ਜਾਓ। ਗੁਰੂ ਘਰ ਦਾ ਸਭ ਤੋਂ ਵੱਡਾ ਸੁਨੇਹਾ ਹੈ, ਜੇਕਰ ਇੱਥੇ ਤੁਸੀਂ ਆ ਰਹੇ ਹੋ, ਸਿੱਖਿਆ ਦੇ ਲਈ ਆਓ ਤੇ ਸਮਾਜ ਦੇ ਵਿੱਚ ਸੇਵਾ ਦੇ ਲਈ ਜਾਓ। ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਵੈਸਣ ਪਾਈਐ। ਕਹਿੰਦੇ ਸਭ ਤੋਂ ਵੱਡਾ ਸੁਨੇਹਾ ਇਹ ਹੈ। ਪਰ ਹੋਇਆ ਕੀ? ਘੰਟਾ ਅੱਧਾ ਘੰਟਾ ਬੈਠੇ, ਮੁੜ ਕੇ ਫਿਰ ਸਾਰਾ ਦਿਨ ਹੀ ਚੁਗਲੀਆਂ ਕਰਦੇ ਰਹੇ, ਮਾੜਾ ਬੋਲੀ ਗਏ, ਪੁੱਠੇ ਸਿੱਧੇ ਬੋਲੀ ਗਏ। ਫਿਰ ਬਾਣੀ ਦਾ ਅਸਰ ਕਿੱਥੇ ਹੋਣਾ? ਗੁਟਕੇ ਫਾੜਦੇ ਹੋ, ਪੁਰਾਣੇ ਕਰਦੇ ਹੋ, ਜਿੰਨੀਆਂ ਮਰਜ਼ੀ ਹੀ ਆਪਣੇ ਆਪ ਨੂੰ ਲਾਈ ਰੱਖੋ ਇਸ ਪਾਸੇ। ਕਹਿੰਦੇ ਅਸਰ ਜਿੱਥੇ ਪਾਉਣਾ ਸੀਗਾ ਉੱਥੇ ਪਾਇਆ ਨਹੀਂ, ਅਸਰ ਮਨ ਨੂੰ ਹੋਰ ਪਾਸੇ ਹੀ ਲਾਈ ਰੱਖਿਆ, ਫਿਰ ਕਿੱਥੇ ਫਰਕ ਪੈਣਾ?
ਸਕੂਲ ਦੇ ਵਿੱਚ ਬੱਚਾ ਭੇਜਿਆ, ਬੱਚਾ ਪੜ੍ਹਨ ਦੀ ਬਜਾਏ ਫੁੱਲਾਂ ਨੂੰ ਪਾਣੀ ਦੇਈ ਜਾਵੇ, ਹੈ ਨਾ, ਫੁੱਲਾਂ ਨੂੰ ਕੱਟੀ ਵੱਢੀ ਜਾਵੇ। ਤੇ ਇਹਨਾਂ ਦੇ ਨਾਲ ਥੋੜੀ ਨਾ, ਨਹੀਂ, ਉੱਥੇ ਕਲਾਸ ਦੇ ਵਿੱਚ ਅਟੈਂਡ ਕਰਕੇ ਟੀਚਰ ਦੀ ਗੱਲ ਸੁਣੇ ਫੇਰ ਫਾਇਦਾ। ਗੁਰੂ ਸਾਹਿਬ ਜੀ ਇਹ ਗੱਲ ਕਹਿੰਦੇ, ਜੇਕਰ ਗੁਰੂ ਦੀ ਸ਼ਰਨਾਈ ਦੇ ਵਿੱਚ ਆਇਆ ਤੇ ਗੁਰੂ ਦੀ ਜੇ ਗੱਲ ਸੁਣ ਲਵੇਂਗਾ, ਮੰਨ ਲਵੇਂਗਾ, ਹਿਰਦੇ ਵਿੱਚ ਵਸਾ ਲਵੇਂਗਾ, ਸਦਾ ਦੇ ਲਈ ਸੁਖੀ ਹੈ। ਅੱਜ ਇਹ ਬਹੁਤਾਂਤ ਵੱਡਾ ਸਾਡੇ ਜੀਵਨ ਦਾ ਦੁੱਖ ਹੈ। ਅਸੀਂ ਗੁਰੂ ਪਾਤਸ਼ਾਹ ਜੀ ਸੁਣਨੀ ਨਹੀਂ ਚਾਹੁੰਦੇ, ਅਸੀਂ ਗੁਰੂ ਸਾਹਿਬ ਨੂੰ ਹੀ ਸੁਣਾਉਣੀ ਚਾਹੁੰਦੇ ਹਾਂ। ਅਸੀਂ ਗੁਰੂ ਸਾਹਿਬ ਨੂੰ ਹੀ ਸੁਣਾਉਣੀ ਚਾਹੁੰਦੇ ਹਾਂ, ਅਸੀਂ ਹੋਰ ਆਪਾਂ ਆਪ ਨਹੀਂ ਸੁਣਨੀ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਕਿੱਥੇ ਕਾਰਜ ਸਬਰ ਨੇ, ਫਿਰ ਵਿਗੜਨਗੇ। ਅੱਜ ਨਹੀਂ ਤੇ ਕੱਲ ਫਿਰ ਵਿਗਾੜ ਪੈਦਾ ਹੀ ਹੈ। ਜਦੋਂ ਸਮਾਂ ਸੀਗਾ ਟੀਚਰ ਦੀ ਗੱਲ ਸੁਣਨ ਦਾ, ਉਦੋਂ ਟੀਚਰ ਦੀ ਗੱਲ ਨੂੰ ਸੁਣਿਆ ਨਹੀਂ। ਜਦੋਂ ਫੇਲ ਹੋ ਗਿਆ ਫਿਰ ਕਹਿੰਦਾ ਟੀਚਰ ਨੇ ਜਾਣ ਬੁੱਝ ਕੇ ਫੇਲ ਕਰ ਦਿੱਤਾ ਮੈਨੂੰ। ਨਹੀਂ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ, ਜਿਹੜੇ ਕਰਮ ਮੈਂ ਕੀਤੇ ਨੇ ਉਹਨਾਂ ਦੀ ਗਤੀ ਮੈਂ ਹੀ ਜਾਣ ਸਕਦਾ ਹੈ, ਹੋਰ ਨਹੀਂ। ਜੇ ਚੰਗਾ ਲਿਖਿਆ ਹੋਏਗਾ, ਚੰਗਾ ਪੜ੍ਹਿਆ ਹੋਵੇਗਾ, ਤਰੱਕੀ ਹੈ। ਜੇ ਨਹੀਂ ਤਾਂ ਨਹੀਂ। ਭਗਤ ਜਨ ਸਦਾ ਦੇ ਲਈ ਤਰੱਕੀ ਵਾਲੇ ਰਾਹ ਦੇ ਉੱਤੇ ਜਾਂਦੇ ਨੇ। ਸਾਹਿਬ ਜੀ ਕਹਿੰਦੇ, ਆਵੈ ਜਾਵੈ ਠੌਰ ਨਾ ਪਾਵੈ, ਦੁੱਖ ਮੈਂ ਦੁੱਖ ਸਹਾਮਾਈ, ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ, ਸਹਜੇ ਸਾਚ ਸਮਾਈ। ਕਹਿੰਦੇ ਜਿਹੜੇ ਗੁਰਮੁਖ ਨੇ, ਗੁਰੂ ਦੇ ਨਾਲ ਸਨੇਹ ਰੱਖਣ ਵਾਲੇ ਨੇ, ਸਦਾ ਦੇ ਲਈ ਅੰਮ੍ਰਿਤ ਪੀਂਦੇ ਨੇ, ਸਦਾ ਦੇ ਲਈ ਅੰਮ੍ਰਿਤ ਦੇ ਵਿੱਚ ਜੁੜੇ ਰਹਿੰਦੇ ਨੇ, ਸਹਿਜ ਅਵਸਥਾ ਦੇ ਵਿੱਚ ਰਹਿੰਦੇ ਨੇ। ਅੰਮ੍ਰਿਤ ਸਭ ਤੋਂ ਵੱਡੀ ਦਾਤ, ਗੁਰੂ ਦਾ ਗਿਆਨ, ਗੁਰੂ ਦਾ ਖਿਆਲ, ਗੁਰੂ ਦੇ ਵਿਚਾਰ, ਅੰਮ੍ਰਿਤ ਪੀਂਦੇ ਨੇ। ਉਹ ਸਦਾ ਦੇ ਲਈ ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ, ਸਹਜੇ ਸਾਚ ਸਮਾਈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਕਹਿੰਦੀ ਅੰਮ੍ਰਿਤ ਜਿਨ੍ਹਾਂ ਨੇ ਪੀ ਲਿਆ ਹੈ ਨਾ, ਉਹ ਸਦਾ ਦੇ ਲਈ ਗੁਰੂ ਵਾਲੇ ਹੋ ਕੇ ਅਮਰ ਰਹਿ ਜਾਂਦੇ ਨੇ। ਕਹਿੰਦੇ ਜਿਨ੍ਹਾਂ ਨੇ ਅੰਮ੍ਰਿਤ ਪੀਤਾ ਨਹੀਂ, ਉਹ ਭਾਵੇਂ ਜਿੰਨੀਆਂ ਮਰਜ਼ੀ ਸਿਰ ਦੇ ਉੱਤੋਂ ਦੀ, ਆਪਣੇ ਤਨ ਦੇ ਉੱਤੋਂ ਦੀ ਵੱਡੀਆਂ ਵੱਡੀਆਂ ਕਿਰਪਾਨਾਂ ਪਾਏ ਰੱਖਣ, ਕਹਿੰਦੇ ਕੋਈ ਫਾਇਦਾ ਨਹੀਂ, ਕੋਈ ਲਾਭ ਨਹੀਂ, ਜੇ ਮਨ ਹੀ ਨਹੀਂ ਜੁੜਿਆ, ਜੇ ਮਨ ਦੇ ਵਿੱਚ ਚੰਗੇ ਖਿਆਲ, ਚੰਗੇ ਵਿਚਾਰ ਹੀ ਨਹੀਂ ਆਏ। ਕਹਿੰਦੇ ਜਿੰਨਾ ਮਰਜ਼ੀ ਜ਼ੋਰ ਲਾਈ ਜਾਓ, ਮਨ ਹੀ ਨਹੀਂ ਬਦਲਿਆ, ਫਿਰ ਬਾਹਰੋਂ ਤਨ ਨੂੰ ਬਦਲਣ ਦਾ ਕੀ ਫਾਇਦਾ। ਕਹਿੰਦੇ ਇਹ ਉਹ ਬਗਲਿਆਂ ਵਾਲਾ ਹਾਲ ਹੀ ਹੈ। ਕਹਿੰਦੇ ਡੁੱਬਣਗੇ ਜ਼ਰੂਰ ਇੱਕ ਦਿਨ, ਆਏਗਾ ਸਮਾਂ, ਬਿਨ ਸਤਿਗੁਰ ਸੇਵੇ ਜਨਮ ਨਾ ਛੋੜੈ, ਜੇ ਅਨੇਕ ਕਰਮ ਕਰੈ ਅਧਿਕਾਈ। ਬਿਨਾਂ ਗੁਰੂ ਦੀ ਸੇਵਾ ਤੋਂ ਸਾਹਿਬ ਜੀ ਕਹਿਣਾ ਕਰਦੇ ਨੇ, ਪਤਾ ਨਹੀਂ ਕੀ ਕੁਝ ਕਰਦਾ। ਅਨੇਕ ਕਰਮ ਕਰੈ ਅਧਿਕਾਈ, ਥੋੜੇ ਨਹੀਂ ਬਹੁਤ ਜ਼ਿਆਦਾ। ਵੇਦ ਪੜੈ ਤੈ ਵਾਦ ਵਖਾਣੈ, ਕਹਿੰਦੇ ਵੇਦ ਪੜਦਾ, ਵਾਦ ਵਖਾਣੈ। ਵਾਦ ਦਾ ਅਰਥ ਹੁੰਦਾ ਲੜਾਈ ਝਗੜੇ ਪਾਉਂਦਾ। ਬਿਨ ਹਰ ਪਤ ਗਵਾਈ, ਕਹਿੰਦੇ ਗੁਰੂ ਤੋਂ ਬਿਨਾਂ ਆਪਣੀ ਇੱਜ਼ਤ ਵੀ ਗਵਾ ਲਈ ਇਸ ਬੇਸ਼ਰਮ ਨੇ। ਥੋੜਾ ਬਹੁਤਾ ਵੀ ਆਪਣੇ ਵੱਲ ਖਿਆਲ ਨਹੀਂ ਕੀਤਾ ਵੀ ਮੈਂ ਇਨਸਾਨ ਹਾਂ, ਥੋੜੇ ਮੈਨੂੰ ਰੱਬ ਨੇ ਪੈਦਾ ਕੀਤਾ, ਮੈਂ ਰੱਬ ਦਾ ਤੇ ਸ਼ੁਕਰਾਨਾ ਕਰ ਲਵਾਂ। ਸਮਾਂ ਹੈ, ਟਾਈਮ ਹੈ, ਜੇ ਇਹ ਖੁੱਝ ਗਿਆ ਤੇ ਕੁਝ ਵੀ ਨਹੀਂ ਪੈਣਾ ਪੱਲੇ। ਪਰ ਕਹਿੰਦੇ ਪੱਤ ਗਵਾ ਲਈ ਇਸਨੇ। ਧਰਮ ਗ੍ਰੰਥਾਂ ਦਾ ਅਧਿਐਨ ਕੀਤਿਆਂ ਇਨਸਾਨੀ ਜੀਵ ਸੂਝਵਾਨ ਬਣਦਾ, ਸਿਆਣਾ ਬਣਦਾ। ਇੱਕ ਪਾਸੇ ਸੂਝਵਾਨ ਸਿਆਣਾ ਬਣ ਗਿਆ ਤੇ ਇੱਕ ਪਾਸੇ ਹੈਗਾ ਅਨਪੜ੍ਹ। ਦੇਖੋ, ਜੇ ਇੱਕ ਪਾਸੇ ਹੋਣਾ ਸੀਗਾ ਸੂਝਵਾਨ, ਇੱਕ ਪਾਸੇ ਹੋਣਾ ਸੀਗਾ ਸਿਆਣਾ, ਪਰ ਜਿਹੜਾ ਸੂਝਵਾਨ ਸਿਆਣਾ ਹੋਣਾ ਚਾਹੀਦਾ ਸੀ ਉਹ ਅਨਪੜ੍ਹਾਂ ਤੋਂ ਵੀ ਤਾਂ ਲੰਘ ਗਿਆ, ਤੇ ਜਿਹੜਾ ਅਨਪੜ੍ਹ ਸੀਗਾ ਉਹ ਸਿਆਣਿਆਂ ਤੋਂ ਵੀ ਗਾਂਹ ਲੰਘ ਗਿਆ। ਕਿਉਂ? ਕਹਿੰਦੇ ਜਿਸ ਨੂੰ ਬਾਣੀ ਦੀ ਸੋਝੀ ਸੀਗੀ, ਜਿਸ ਨੂੰ ਬਾਣੀ ਦੀ ਅਕਲ ਸੀਗੀ, ਉਹ ਕਰਮ ਹੀ ਇਹੋ ਜਿਹਾ ਕਰ ਰਿਹਾ ਕਿ ਉਹ ਸਿਆਣਾ ਹੋਣ ਦੀ ਬਜਾਏ ਮੂਰਖ ਬਣ ਬੈਠਾ। ਤੇ ਜਿਹੜਾ ਸਿਆਣਾ, ਜਿਹੜਾ ਅਨਪੜ੍ਹ ਸੀਗਾ, ਜਿਹਨੂੰ ਆਉਂਦਾ ਹੀ ਨਹੀਂ ਕੁਝ ਵੀ ਸੀ, ਕਹਿੰਦੇ ਉਹ ਠੀਕ ਹੈ, ਉਹ ਚੰਗਾ ਆ, ਉਹ ਭਲਾ ਹੈ, ਉਹ ਲੜਾਈ ਝਗੜੇ ਤਾਂ ਨਹੀਂ ਨਾ ਪਾ ਰਿਹਾ। ਅੱਜ ਸਭ ਤੋਂ ਵੱਡੀ ਤਰਾਸਦੀ ਇਹ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਕਾਰ, ਗੁਰੂ ਦੀਆਂ ਖਿਆਲਾਂ ਨੂੰ, ਗੁਰੂ ਦੀਆਂ ਵਿਚਾਰਾਂ ਨੂੰ ਅਪਣਾਇਆ, ਉਹ ਤੇ ਹਰ ਇੱਕ ਪਾਸਿਓਂ ਪੂਰੇ ਹੋ ਜਾਂਦੇ ਨੇ। ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਆਪ ਸੇਵਾ ਲੈਂਦੇ ਆਪਣੇ ਦਰ ਤੋਂ। ਤੁਹਾਨੂੰ ਸ਼ਾਇਦ ਯਾਦ ਹੋਵੇ, ਤੁਸੀਂ ਦੇਖਿਆ ਵੀ ਹੋਣਾ, ਹਰਮੰਦਰ ਸਾਹਿਬ ਦੀ ਧਰਤੀ ਦੇ ਉੱਤੇ
ਪ੍ਰਸਿੱਧ ਰਾਗੀ ਨੇ, ਹਜੂਰੀ ਰਾਗੀ ਨੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ, ਜਿਨ੍ਹਾਂ ਨੂੰ ਅੱਖਾਂ ਤੋਂ ਦਿਸਦਾ ਨਹੀਂ ਹੈ ਪਰ ਫੇਰ ਵੀ ਗੁਰੂ ਘਰ ਦੀ ਚਾਕਰੀ ਮਨ ਤਨ ਕਰਕੇ ਕਰਦੇ ਨੇ। ਸਨੇਹ ਹੈ ਗੁਰੂ ਦੇ ਨਾਲ, ਪਿਆਰ ਹੈ ਐਸਾ ਵੀ ਗੁਰੂ ਪਾਤਸ਼ਾਹ ਜੀ ਆਪ ਲੈਂਦੇ ਨੇ ਉਹਨਾਂ ਤੋਂ ਚਾਕਰੀ, ਆਪ ਆਪਣੇ ਦਰ ਦੀ ਸੇਵਾ ਲੈਂਦੇ ਨੇ। ਪਰ ਜੇਕਰ ਕੋਈ ਕਰੇ ਇੱਥੇ ਪਛਾਂ ਹਟਾਉਂਦੇ ਨੇ। ਅਸੀਂ ਜੋੜਨਾ ਸੀਗਾ ਕਿ ਅਸੀਂ ਤੋੜਨਾ ਸੀਗਾ? ਅਸੀਂ ਤੋੜਨ ਵਾਲਾ ਰਾਹ ਅਪਣਾ ਲਿਆ, ਕਿਉਂਕਿ ਟੁੱਟ ਛੇਤੀ ਜਾਂਦਾ ਨਾ, ਜੋੜਨਾ ਔਖਾ ਥੋੜਾ। ਪਰ ਗੁਰਮੁਖੋ, ਜਿਸ ਨੇ ਸਬਰ ਦਾ ਪਾਣੀ ਪਾਇਆ ਹੋਇਆ ਹੋਵੇ ਨਾ, ਫਲ ਬਹੁਤ ਮਿੱਠੇ ਲੱਗਦੇ ਨੇ, ਇਦਾਂ ਨਹੀਂ ਹੈ ਵੀ ਨਹੀਂ ਲੱਗਦੇ। ਜਿਸ ਨੇ ਬੂਟੇ ਨੂੰ ਥੋੜ੍ਹਾ ਕਰਦਿਆਂ ਹੋਇਆਂ ਵੱਡਾ ਕੀਤਾ ਹੈ, ਛਾਂ ਬਹੁਤ ਆਨੰਦਮਈ ਹੁੰਦੀ ਹੈ। ਪਰ ਜਿਨ੍ਹਾਂ ਨੇ ਪਾਇਆ ਹੀ ਨਹੀਂ ਪਾਣੀ, ਕਹਿੰਦੇ ਉਹ ਸਦਾ ਦੇ ਲਈ ਜੜ੍ਹਾਂ ਦੇ ਵਿੱਚ ਤੇਲ ਹੀ ਦਿੰਦੇ ਨੇ। ਸਾਹਿਬ ਜੀ ਕਹਿੰਦੇ, ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਤਜ ਛੁਟੈ ਗੁਰ ਸ਼ਰਨਾਈ। ਸਤਿਗੁਰੂ ਸੱਚਾ ਹੈ ਤੇ ਸਤਿਗੁਰੂ ਦੀ ਬਾਣੀ ਵੀ ਸੱਚੀ ਹੈ। ਹੇ ਭਾਈ, ਗੁਰੂ ਦੀ ਸ਼ਰਨ ਦੇ ਵਿੱਚ ਰਹਿਆ, ਇਹ ਸਭ ਕੁਝ ਹੀ ਛੁੱਟ ਜਾਂਦਾ ਹੈ। ਭੱਜ ਛੁਟੈ ਗੁਰ ਸ਼ਰਨਾਈ, ਸਭ ਕੁਝ ਹੀ ਭੱਜ ਜਾਂਦਾ, ਟੁੱਟ ਜਾਂਦਾ ਹੈ ਗੁਰੂ ਦੀ ਸ਼ਰਨ ਦੇ ਵਿੱਚ ਆਏ। ਜਿਨ ਹਰ ਮਨ ਵਸਿਆ, ਸੇ ਦਰ ਸਾਚੇ, ਦਰ ਸਾਚੈ ਸਚਿਆਰਾ। ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਨਾਨਕ ਤਿਨ ਕੈ ਸਦ ਬਲਿਹਾਰੈ, ਜਿਨ ਹਰ ਰਾਖਿਆ ਔਰ ਤਾਰਾ। ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਨੇ ਹਿਰਦੇ ਦੇ ਵਿੱਚ ਵਸਾ ਲਿਆ, ਗੁਰੂ ਦੇ ਦਰ ਦੇ ਉੱਤੇ ਸਦਾ ਦੇ ਲਈ ਸਚਿਆਰੇ ਰਹਿੰਦੇ ਨੇ, ਉਹਨਾਂ ਦੀ ਸ਼ੋਭਾ ਜੁਗਾਂ ਜੁਗਾਂ ਦੇ ਵਿੱਚ ਹੁੰਦੀ ਹੈ, ਕੋਈ ਵੀ ਨਹੀਂ ਮਿਟਾ ਸਕਦਾ। ਨਾਨਕ ਤਿਨ ਕੈ ਸਦ ਬਲਿਹਾਰੈ, ਸਦਾ ਦੇ ਲਈ ਵਾਰੇ ਬਲਿਹਾਰੇ ਹੈ ਨਾਨਕ ਗੁਰੂ। ਜਿਨ ਹਰ ਰਾਖਿਆ ਔਰ ਧਾਰਾ, ਜਿਨ੍ਹਾਂ ਨੇ ਹਿਰਦੇ ਘਰ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਯਾਦ ਨੂੰ, ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਨੂੰ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਮਨ ਦੇ ਵਿੱਚ ਤੇ ਆਪਣੇ ਤਨ ਦੇ ਵਿੱਚ ਵਸਾਇਆ ਹੈ, ਉਹ ਭਗਤ ਜਨ, ਉਹ ਸੇਵਕ ਜਨ ਗੁਰੂ ਦੇ ਦਰ ਦੇ ਉੱਤੇ ਸਦਾ ਦੇ ਲਈ ਖੁਸ਼ੀਆਂ ਖੱਟਦੇ ਨੇ। ਜਿਨ੍ਹਾਂ ਨੇ ਨਾਮਦਾਨ ਜ਼ਿੰਦਗੀ ਦੇ ਵਿੱਚ ਵਸਾਉਣ ਦੀ ਬਜਾਏ, ਜਿਨ੍ਹਾਂ ਨੇ ਚੰਗੀਆਂ ਵਿਚਾਰਾਂ, ਚੰਗੇ ਖਿਆਲ ਬਣਾਉਣ ਦੀ ਵਸਾਏ, ਕੇਵਲ ਤੇ ਕੇਵਲ ਮਾੜਿਆਂ ਖਿਆਲਾਂ ਨੂੰ ਅਪਣਾ ਕੇ ਰੱਖਿਆ ਹੈ, ਸੰਸਾਰ ਦੇ ਵਿੱਚ ਉਹਨਾਂ ਦਾ ਕਦੇ ਵੀ ਭਲਾ ਨਹੀਂ ਹੋ ਸਕਦਾ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਬਚਨ ਸਾਹਿਬ ਜੀ ਦੇ ਅਸੀਂ ਵੀ ਭਗਤਾਂ ਵਾਲੀ ਭਗਤੀ ਕਰਦੇ ਹਾਂ, ਗੁਰੂ ਦੇ ਚਾਕਰ ਬਣੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਈਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਕਹੇ ਨਾਨਕ ਨੰਦ ਹੁਆ, ਸਤਿਗੁਰੂ ਮੈਂ ਪਾਈਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਸਭ ਨੰਗਲਾ ਸਮਰਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਸਦਾ ਸਿਵ ਸਾਲਾ ਤੇਰੀ ਨਾਮ ਮਨ ਵਸਾਵੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਈ ਵਸਿਆ, ਜਿਨ ਇੱਛਾ ਸਭ ਪੂਜਾਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਕਹੇ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ।
ਪਾਰ ਬ੍ਰਹਮ ਪ੍ਰਭ ਪਾਈਆ ਤਰੇ ਸਗਲ ਵਿਸੂਰੇ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ।